ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਸਰਕਾਰ ਵੱਲੋਂ ਦਿਹਾਤੀ ਵਿਕਾਸ ਫੰਡਾਂ 'ਚ ਕੀਤੀ ਕਟੌਤੀ ਅਤੇ ਫੈਡਰਲਿਜ਼ਮ ਬਾਰੇ। ਸਾਡੇ ਨਾਲ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਇੱਕ ਪਾਸੇ ਦੇਸ਼ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਸੰਘਰਸ਼ ਚੱਲ ਰਿਹਾ ਹੈ, ਉਸੇ ਦੌਰਾਨ ਜਿਹੜਾ ਕੇਂਦਰ ਸਰਕਾਰ ਵੱਲੋਂ ਇਹ ਦਿਹਾਤੀ ਵਿਕਾਸ ਫੰਡਾਂ ਨੂੰ ਜਿਹੜਾ ਹੈਗਾ ਦੇਣ ਤੋਂ ਹੱਥ ਪਿੱਛੇ ਖਿੱਚ ਲਿਆ। ਇਹਦਾ ਕਿਸਾਨੀ ਅਤੇ ਕਿਸਾਨਾਂ ਦੇ ਸੰਘਰਸ਼ 'ਤੇ ਕੀ ਅਸਰ ਪਵੇਗਾ? ਲਗਾਤਾਰ ਕੋਈ ਇਹ ਹੁਣ ਦੀ ਗੱਲ ਨਹੀਂ, ਕਾਫੀ ਲੰਮੇ ਸਮੇਂ ਤੋਂ ਹੀ ਕੇਂਦਰ ਸਰਕਾਰ ਜਿਹੜੀਆਂ ਇਹ ਫੰਡਾਂ ਨੂੰ ਕਟੌਤੀ ਕਰਨ ਦੀ ਜਾਂ ਘਟਾਉਣ ਦੀ, ਕਿ ਸੂਬਾ ਸਰਕਾਰਾਂ, ਕਿਉਂਕਿ ਹੁਣ ਤੱਕ ਦਾ ਜਿਹੜਾ ਹੱਕ ਹੈ ਮੰਡੀ ਦੇ ਵਿੱਚ ਉਹ ਸੂਬਾ ਸਰਕਾਰਾਂ ਕੋਲ ਹੈ। ਔਰ APMC ਐਕਟ ਜਿਹਨੂੰ ਕਿਹਾ ਜਾਂਦਾ ਹੈ, ਖੇਤੀ ਉਪਜ ਜਿਹੜਾ ਮੰਡੀ ਕਮੇਟੀ ਐਕਟ ਹੈ, ਉਹਦੇ ਤਹਿਤ ਸਰਕਾਰ ਆਪਣੀ ਮੰਡੀ 'ਚੋਂ ਖਰੀਦਣ ਦੇ ਲਈ ਜੋ ਵੀ ਚੀਜ਼ਾਂ ਕੋਈ ਖਰੀਦਦਾ ਹੈ, ਖਰੀਦਦਾਰ ਦੇ ਉੱਤੇ ਟੈਕਸ ਲਾਉਣ ਦਾ ਹੱਕ ਰੱਖਦੀ ਹੈ। ਇਸੇ ਕਰਕੇ ਪੰਜਾਬ, ਹਰਿਆਣਾ ਜਾਂ ਜਿੱਥੇ ਘੱਟੋ ਘੱਟ ਸਰਕਾਰੀ ਖਰੀਦ ਸੀਗੀ ਉੱਥੇ ਕਾਫੀ ਹੱਦ ਤੱਕ ਇਹ ਟੈਕਸ ਲੱਗਦੇ ਆ ਰਹੇ ਸੀ। ਪੰਜਾਬ ਦੀ ਸਰਕਾਰ, ਪੰਜਾਬ 'ਚ ਇੱਕ ਵਾਰ 14.5% ਟੈਕਸ ਵੀ ਲੱਗਦਾ ਰਿਹਾ, ਅਲੱਗ-ਅਲੱਗ ਕਦੇ ਬੁਨਿਆਦੀ ਢਾਂਚਾ ਸੈਸ ਲੱਗਦਾ ਰਿਹਾ ਵਿੱਚ ਹੀ। ਔਰ ਇਸੇ ਤਰ੍ਹਾਂ ਰੂਰਲ ਡਿਵੈਲਪਮੈਂਟ ਫੰਡ ਹੈ, ਮਾਰਕੀਟ ਫੀਸ ਹੈ, ਆੜਤ ਦਾ ਸਵਾਲ ਹੈ, ਉਹ ਸਾਰੇ ਲੱਗਦੇ ਰਹੇ ਨੇ। ਕੁਝ ਫੰਡ ਤਾਂ GST ਨਾਲ ਚਲੇ ਗਏ। ਜਦੋਂ GST ਦੇ ਵਿੱਚ ਆ ਗਏ ਤਾਂ ਉਦੋਂ ਬਾਅਦ ਉਹ ਕਟੌਤੀ ਹੋ ਗਈ ਉਹਨਾਂ ਦੇ ਵਿੱਚ, ਸੂਬਾ ਸਰਕਾਰਾਂ ਦੇ ਕੋਲ, ਕਿਉਂਕਿ ਟੈਕਸ ਲਾਉਣ ਦੀ ਸਮਰੱਥਾ ਹੀ ਚਲੀ ਗਈ। ਉਦੋਂ ਬਾਅਦ ਹੁਣ ਵੀ 8.5% ਟੈਕਸ ਪੰਜਾਬ ਦੇ ਵਿੱਚ ਲੱਗਦਾ ਹੈ। 8.5% ਦੇ ਵਿੱਚੋਂ ਇਹ ਹੈ ਕਿ 2% ਪੁਰਾਣਾ ਸੀਗਾ ਰੂਰਲ ਡਿਵੈਲਪਮੈਂਟ ਫੰਡ ਅਤੇ ਮਾਰਕੀਟ ਫੀਸ, ਅਤੇ 2.5% ਆੜਤ। ਪਰ 1% ਇਹਨਾਂ ਨੇ ਹੋਰ ਜੋੜਤਾ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮਾਫ ਕਰਨਾ ਹੈ। ਕੇਂਦਰ ਸਰਕਾਰ ਨੂੰ ਕਈ ਵਾਰ ਉਹਨਾਂ ਨੇ ਪਹੁੰਚ ਕੀਤੀ ਕਿ ਸਾਨੂੰ ਹੋਰ 10,000 ਕਰੋੜ ਕਰਜ਼ਾ ਲੈਣ ਦਾ ਹੱਕ ਦੇ ਦਿਓ। ਉਹਨਾਂ ਨੇ ਨਹੀਂ ਮੰਨਿਆ, ਕਿਉਂਕਿ ਇੱਕ ਕਾਨੂੰਨ ਦੇ ਤਹਿਤ ਇੱਕ ਬੰਨੀ ਹੋਈ ਗੱਲ ਹੈ ਕਿ ਕਰਜ਼ਾ ਦੀ ਇੱਕ ਹੱਦ ਹੈ। ਫਿਰ ਇਹਨਾਂ ਨੇ ਇੱਕ ਤਰੀਕਾ ਲੱਭਿਆ ਕਿ ਅਸੀਂ ਰੂਰਲ ਡਿਵੈਲਪਮੈਂਟ ਫੀਸ ਜਿਹੜੀ ਹੈ ਉਹ 1% ਵਧਾ ਦਿੰਦੇ ਹਾਂ। ਉਹ 3% ਹੋ ਗਈ ਉਸ ਲੈਵਲ 'ਤੇ, 1% ਮਾਰਕੀਟ ਫੀਸ ਵਧਾਤੀ, ਅਤੇ ਉਹਦੇ 'ਚੋਂ 4500 ਕਰੋੜ ਰੁਪਇਆ ਉਹਦੇ ਬਿਹਾਫ 'ਤੇ ਇਹਨਾਂ ਨੇ ਇੱਕ ਕਰਜ਼ਾ ਲੈ ਲਿਆ, ਅਤੇ ਉਹ ਕਰਜ਼ੇ ਦੇ ਰੂਪ ਦੇ ਵਿੱਚ ਹੁਣ ਕਿਸ਼ਤਾਂ ਜਾ ਰਹੀਆਂ ਨੇ। ਹੁਣ ਕੇਂਦਰ ਸਰਕਾਰ ਦਾ ਇਹ ਫੈਸਲਾ ਕੀ ਕਹਿੰਦਾ ਹੈ? ਇਹ ਫੈਸਲਾ ਇਹ ਕਹਿੰਦਾ ਕਿ ਅਸੀਂ ਜਿੰਨਾ ਚਿਰ ਤੁਸੀਂ ਹੁਣ ਜਿਹੜੀ ਖਰੀਦ ਹੋਏਗੀ ਝੋਨੇ ਦੀ, ਉਹ ਕਿੱਥੇ ਖਰਚੇ ਹੈ, ਕਿਵੇਂ ਖਰਚੇ ਹੈ, ਇਹਦਾ ਹਿਸਾਬ ਨਹੀਂ ਦਿੰਦੇ, ਉਹਨਾਂ ਚਿਰ ਇਹ ਤੁਸੀਂ ਜਿਹੜੀ CCL ਲਿਮਟ ਹੁੰਦੀ ਹੈ, ਕੈਸ਼ ਕ੍ਰੈਡਿਟ ਲਿਮਟ, ਜਿਹੜੇ ਪੈਸੇ ਦੇ ਨਾਲ ਫਸਲ ਖਰੀਦੀ ਜਾਂਦੀ ਹੈ, ਅਤੇ ਉਸ ਪੈਸੇ ਦੇ ਨਾਲ ਫਸਲ ਖਰੀਦਣ ਤੋਂ ਬਿਨਾਂ ਜਿਹੜਾ ਟਰਾਂਸਪੋਰਟੇਸ਼ਨ ਦਾ ਖਰਚਾ ਹੈ ਜਾਂ ਇਹ ਬਾਕੀ ਦੀਆਂ ਫੀਸਾਂ ਨੇ, ਉਹ ਇੱਕ ਅਲੱਗ ਖਾਤੇ 'ਚੋਂ ਕੱਢੀਆਂ ਜਾਂਦੀਆਂ ਨੇ। ਉਹਦਾ ਹੁਣ ਇਹਨਾਂ ਨੇ ਬੰਦ ਕਰਤਾ। ਜੇ ਬੰਦ ਹੋ ਜਾਂਦਾ, ਔਰ ਜਿਹੜਾ ਕਿ ਹੁਣ ਨਹੀਂ ਉਹ ਉਹਦੇ 'ਚੋਂ ਕਢਾ ਸਕੂਗੀ ਸੂਬੇ ਦੀ ਸਰਕਾਰ, ਉਹਦੇ ਨਾਲ ਕੀ ਹੋਏਗਾ ਕਿ ਲਗਭਗ 1200 ਕਰੋੜ ਰੁਪਈਏ ਦਾ ਨੁਕਸਾਨ ਹੋਏਗਾ। 1200 ਕਰੋੜ ਜਿਹਦੇ ਨਾਲ ਲਿੰਕ ਸੜਕਾਂ ਬਣਦੀਆਂ ਨੇ, ਜਿਹਦੇ ਨਾਲ ਬਾਕੀ ਦੀਆਂ ਚੀਜ਼ਾਂ ਬਣਾਉਣ ਦਾ ਜਿਹੜਾ ਮੰਡੀਆਂ ਤੱਕ ਪਹੁੰਚ ਜਿਹਨੂੰ ਕਹਿੰਦੇ ਆ, ਉਹਦੇ ਕਰਕੇ ਲਿਆ ਜਾਂਦਾ ਕਿ ਲਿੰਕ ਸੜਕਾਂ ਦੀ ਪਹੁੰਚ ਮੰਡੀਆਂ ਨਾਲ ਜੋੜਨੀ ਹੈ, ਅਤੇ ਉਹਦੀ ਮੁਰੰਮਤ, ਉਹਦੇ ਬਣਾਉਣ ਦਾ ਤਰੀਕਾ ਉਹ ਉਸ ਫੰਡ ਦੇ ਵਿੱਚੋਂ ਹੀ ਬਣਦਾ ਹੈ, ਤਾਂ ਉਹ ਬਿਲਕੁਲ ਹੀ ਖਤਮ ਹੋਏਗਾ। ਔਰ ਇਸੇ ਕਰਕੇ ਇਹ ਹੈ ਕਿ ਅਗਲਾ ਫਿਰ ਜਿਹੜਾ ਫੰਡ ਬਣੇਗਾ ਉਹ ਕਣਕ ਦੇ ਸੀਜ਼ਨ ਦੇ ਵਿੱਚ ਵੀ ਆਉਂਦਾ ਹੈ, ਉਹਦੇ 'ਤੇ ਵੀ ਰੂਰਲ ਡਿਵੈਲਪਮੈਂਟ ਫੰਡ ਲੱਗਦਾ, ਲਗਭਗ 750 ਕਰੋੜ ਦੇ ਨੇੜੇ ਤੇੜੇ, ਉਹ ਵੀ ਨਹੀਂ ਆਏਗਾ, ਦੇਗੀ ਫਿਰ ਸਰਕਾਰ। ਹੁਣ ਇਹਦੇ 'ਚ ਦੋ ਸਵਾਲ ਸਭ ਤੋਂ ਬੜੇ ਖੜੇ ਹੁੰਦੇ ਨੇ। ਪਹਿਲੀ ਗੱਲ ਤਾਂ ਇਹ ਕਿ ਜਿਹੜਾ ਇਹ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਸ਼ੁਰੂ ਤੋਂ ਲੈ ਕੇ ਕਿ ਕੇਂਦਰ ਸਰਕਾਰ ਨੇ ਕਾਨੂੰਨ ਬਣਾਤੇ ਨੇ, ਕਾਨੂੰਨ ਇਹ ਬਣਾ ਦਿੱਤਾ ਗਿਆ ਕਿ ਜਿਹੜੀ ਮਤਲਬ ਰਾਜ ਦੀਆਂ ਮੰਡੀਆਂ ਨੇ, ਸੂਬੇ ਦੀਆਂ ਮੰਡੀਆਂ ਨੇ, ਇਹ ਤੋਂ ਬਾਹਰ ਕਿਤੋਂ ਵੀ ਕੋਈ ਖਰੀਦੂਗਾ ਉਹ 'ਤੇ 0 ਟੈਕਸ ਹੈ। ਖਰੀਦਦਾਰ ਤੋਂ ਕੁਝ ਨਹੀਂ ਲੈਣਾ, ਪੈਨ ਕਾਰਡ ਚਾਹੀਦਾ, ਜਿੱਥੋਂ ਮਰਜ਼ੀ ਖਰੀਦੇ। ਤਾਂ ਹੁਣ ਫਿਰ ਕੇਂਦਰ ਸਰਕਾਰ ਆਪਣੇ ਵੱਲੋਂ, ਕਿਉਂਕਿ ਸੂਬਿਆਂ ਦੀ ਮੰਡੀ 'ਚੋਂ ਕਣਕ ਤੇ ਝੋਨਾ ਕੇਵਲ ਸਰਕਾਰੀ ਖਰੀਦ ਏਜੰਸੀਆਂ ਹੀ ਜ਼ਿਆਦਾ ਖਰੀਦਦੀਆਂ ਨੇ, ਉਹਨਾਂ ਨੂੰ ਹੀ ਉਹ ਫੰਡ ਦੇਣਾ ਪੈਂਦਾ, ਅਤੇ ਹੁਣ ਉਹਨਾਂ ਨੇ ਆਪਣਾ ਫੰਡ ਤੋਂ ਹੱਥ ਖਿੱਚ ਲਿਆ। ਤਾਂ ਮਤਲਬ ਕਾਨੂੰਨ ਦੀ ਪਹਿਲਾ ਝਲਕ ਜਿਹੜੀ ਹੈ ਪ੍ਰੈਕਟੀਕਲ ਰੂਪ 'ਚ ਸਾਡੇ ਸਾਹਮਣੇ ਦਿਖਾਈ ਦਿੰਦੀ ਹੈ। ਫਿਰ ਉਹ ਕਹਿੰਦੇ ਨੇ ਫਰਵਰੀ ਦਾ, ਪਰ ਫਰਵਰੀ ਤੋਂ ਇੱਕ ਚੱਲਦਾ ਇੱਕ ਲੜੀ ਹੈ ਲੰਮੇ ਸਮੇਂ ਤੋਂ ਹੀ। ਜਿਹੜਾ ਖੇਤੀ ਲਾਗਤ ਤੇ ਮੁੱਲ ਕਮਿਸ਼ਨ ਹੈ, ਉਹ ਆਪਣੀਆਂ ਰਿਪੋਰਟਾਂ 'ਚ ਕਹਿੰਦਾ ਆ ਰਿਹਾ ਹੈ ਕਿ ਪੂਰੀ ਓਪਨ ਐਂਡਡ ਪ੍ਰੋਕਿਉਰਮੈਂਟ, ਜਿਹਨੂੰ ਕਿਹਾ ਜਾਂਦਾ ਕਿ ਦਾਣਾ ਚੱਕਣ ਦੀ ਪ੍ਰੋਕਿਉਰਮੈਂਟ ਖਰੀਦ ਹੈ, ਉਹ ਖਤਮ ਕਰੋ, ਬਹੁਤ ਥੋੜੀ ਕਰੋ। ਇੱਕ ਉਹਨਾਂ ਦੇ ਟੈਕਸ ਘਟਾਓ ਤਾਂ ਕਿ ਵਪਾਰੀਆਂ ਨੂੰ ਔਖਾ ਹੁੰਦਾ। ਇਹ ਉਹੀ ਪਹੁੰਚ ਹੈ, ਅਤੇ ਉਹਨਾਂ ਦੇ ਅਰਥ ਸ਼ਾਸਤਰੀ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖੀ ਅਰਥ ਸ਼ਾਸਤਰੀ ਨੇ, ਉਹ ਸਾਰੇ ਇਹ ਕਹਿੰਦੇ ਰਹੇ ਨੇ
ਕਿ ਫੰਡਾਂ ਦੀ ਦੁਰਉਪਯੋਗ ਹੁੰਦਾ, ਇਹਨੂੰ ਐਂ ਕਰੋ, ਇਹਨੂੰ ਹਟਾ ਦਿਓ, ਇਹਨੂੰ ਘਟਾ ਦਿਓ, ਔਰ ਕਾਰਪੋਰੇਟ ਨੂੰ ਫਾਇਦਾ ਦਿਓ, ਸਗੋਂ ਆਪਣੇ ਕੋਲੋਂ ਪੈਸੇ ਦੇ ਦਿਓ। ਸਿਸਟਮ ਇਹ ਚੱਲ ਰਿਹਾ ਕਿ ਉਹਨਾਂ ਤੋਂ ਪੈਸੇ ਨਾ ਲਓ। ਹੁਣ ਇਸੇ ਕਰਕੇ ਸ਼ਾਂਤਾ ਕੁਮਾਰ ਕਮੇਟੀ ਵੀ ਇਹੀ ਕਹਿੰਦੀ ਸੀ ਕਿ FCI ਭੰਗ ਹੀ ਕਰ ਦਿਓ, ਅਤੇ ਜੇ ਇਹ ਸਾਰੀਆਂ ਚੀਜ਼ਾਂ ਲਾਗੂ ਹੁੰਦੀਆਂ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਿਆਂ ਦਾ ਇਹ ਹੱਕ ਉਸ ਲੈਵਲ 'ਤੇ ਚਲਾ ਜਾਂਦਾ, ਅਤੇ ਇਹਦਾ ਕਿਸਾਨੀ 'ਤੇ ਵੀ ਬਹੁਤ ਬੜਾ ਅਸਰ ਪਊਗਾ, ਪੇਂਡੂ ਅਰਥਚਾਰੇ 'ਤੇ ਵੀ ਇਹਦਾ ਅਸਰ ਪਏਗਾ, ਅਤੇ ਜਿਹੜਾ ਵਿਕਾਸ ਹੈ ਸੜਕਾਂ ਦਾ ਉਹਦੇ 'ਤੇ ਵੀ ਅਸਰ ਪਏਗਾ। ਔਰ ਇਸੇ ਕਰਕੇ ਇੱਕ ਗੱਲ ਜਿਹੜੀ ਇਹਦੇ ਨਾਲ ਜੁੜਦੀ ਹੈ ਕਿ ਇਹ ਲਗਾਤਾਰਤਾ ਦੇ ਵਿੱਚ ਕੇਂਦਰ ਸਰਕਾਰ ਸੰਘੀ ਘੁੱਟ ਰਹੀ ਹੈ ਸਟੇਟਾਂ ਦੀ। ਉਹਦਾ ਕਾਰਨ ਇਹ ਹੈ, ਕਿ ਜਿਹੜਾ ਸਟੇਟ ਨੇ ਫੰਡ ਲੈ ਲਿਆ, ਜੇ ਉਹਦੇ 'ਚ ਕੋਈ ਕਰਪਸ਼ਨ ਹੈ, ਜੇ ਨਹੀਂ, ਮੇਰੇ ਖਿਆਲ ਬਹੁਤ ਚੀਜ਼ਾਂ 'ਚ ਕਰਪਸ਼ਨ ਹੋ ਹੀ ਰਹੀ ਹੈ, ਮਤਲਬ ਨਾਰਮਲੀ ਸਾਡੇ ਢਾਂਚੇ ਕਰਪਟ ਨੇ ਔਰ ਉਹਨਾਂ 'ਚੋਂ ਪੈਸੇ ਖਾਧੇ ਜਾਂਦੇ ਨੇ, ਪਰ ਉਹਦਾ ਕੋਈ ਇਹ ਤਰੀਕਾ ਨਹੀਂ ਕਿ ਕੇਂਦਰ ਜਿਵੇਂ ਬਿਲਕੁਲ ਪਾਕ ਪਵਿੱਤਰ ਬੈਠਾ, ਉੱਥੇ ਕੋਈ ਸਕੈਂਡਲ ਹੀ ਨਹੀਂ ਹੋ ਰਿਹਾ, ਉੱਥੇ ਕੋਈ ਖਰਚੇ ਨਹੀਂ ਹੋ ਰਹੇ। ਉਹਦੇ ਲਈ ਕੈਗ ਵਰਗੀਆਂ ਸੰਸਥਾਵਾਂ ਨੇ ਜਿਹੜੀਆਂ ਪਿੰਨ ਪੁਆਇੰਟ ਕਰਦੀਆਂ ਨੇ। ਦੂਜੀ ਗੱਲ, ਇਹਦੇ ਤੋਂ ਵੀ ਇਲਾਵਾ ਇਹ ਢਾਂਚੇ 'ਚ ਸੁਧਾਰ ਚਾਹੀਦਾ ਹੈ। ਇਹਨੂੰ ਲੋਕਾਂ ਪ੍ਰਤੀ ਜਵਾਬਦੇਹ ਕਿਵੇਂ ਬਣਾਇਆ ਜਾਏ, ਇਹਨਾਂ ਫੰਡਾਂ ਦਾ ਕੱਲਾ ਹਿਸਾਬ ਕਿਤਾਬ ਪੰਜਾਬ ਦੀ ਵਿਧਾਨ ਸਭਾ ਕਿਵੇਂ ਲਵੇ, ਪੰਜਾਬ ਦੇ ਲੋਕ ਕਿਵੇਂ ਰਹਿਣ, ਕੱਲੀ ਮੰਡੀ ਦੇ ਵਿੱਚ ਕਿੰਨਾ ਪੈਸਾ ਰਹਿੰਦਾ, ਕਿੰਨੀ ਸੜਕ 'ਤੇ ਖਰਚ ਹੋਇਆ, ਉਹਦੇ ਲਈ ਇੱਕ ਸਿਸਟਮ ਬਣਾਉਣਾ ਪਊਗਾ ਜਿਹੜਾ ਸਿਸਟਮ ਲੋਕਾਂ ਪ੍ਰਤੀ ਜਵਾਬਦੇਹ ਬਣਾਏ, ਨਾ ਕਿ ਉੱਪਰ ਜਵਾਬਦੇਹ ਬਣਾਏ। ਡਿਬੇਟ ਇਹ ਚੱਲਣੀ ਚਾਹੀਦੀ ਸੀ, ਔਰ ਇਹਦਾ ਇਸ ਕਿਸਾਨ ਅੰਦੋਲਨ ਦੇ ਨਾਲ ਜੋੜ ਕੇ ਬਹੁਤ ਵੱਡਾ ਅਸਰ ਪਏਗਾ। ਕਿਸਾਨਾਂ ਨੂੰ ਹੁਣੇ ਤੋਂ ਲੱਗਣ ਲੱਗੇਗਾ, ਸਾਰੇ ਦੇਸ਼ ਦੇ ਵਿੱਚ ਵੀ ਇਹ ਲੱਗਣ ਲੱਗੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਪੈਸਾ ਥੋੜ੍ਹਾ ਬਹੁਤ ਸੀ ਉਹ ਖਤਮ ਹੋਣ ਜਾ ਰਿਹਾ। ਜੀ। ਹਮੀਰ ਸਿੰਘ ਜੀ, ਐ ਨਹੀਂ ਲੱਗਦਾ ਪਹਿਲਾਂ ਕੇਂਦਰ ਸਰਕਾਰ ਨੇ ਪਹਿਲਾਂ GST ਦੇਣ ਤੋਂ ਮਨਾ ਕਰਤਾ, ਫਿਰ ਸਕਾਲਰਸ਼ਿਪ ਸਕੀਮ ਜਿਹੜੀ ਸੀਗੀ ਉਸ 'ਚ ਵੀ ਕਟੌਤੀ ਕਰ ਦਿੱਤੀ, ਅਤੇ ਹੁਣ ਜਿਹੜਾ ਹੈਗਾ ਇਹ RDF ਜਿਹੜਾ ਦਿਹਾਤੀ ਵਿਕਾਸ ਫੰਡ ਹੈ, ਇਹਨਾਂ ਨੂੰ ਦੇਣ ਤੋਂ ਵੀ ਜਿਹੜਾ ਹੈਗਾ ਹੱਥ ਪਿੱਛੇ ਖਿੱਚ ਰਿਹਾ ਵੀ ਕੇਂਦਰ ਜਿਹੜੀ ਹੈਗੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹੋਏ ਸੂਬਿਆਂ ਨੂੰ ਲਵਾਰਸ ਕਰਦੀ ਜਾ ਰਹੀ ਹੈ। ਸਭ ਤੋਂ ਬੜੀ ਗੱਲ ਤਾਂ ਇਹ ਹੈ ਕਿ ਇਸ ਦੇਸ਼ ਦੇ ਵਿੱਚ ਜਿਹੜਾ ਫੈਡਰਲਿਜ਼ਮ ਕਿਹਾ ਜਾਂਦਾ ਹੈ, ਉਹ ਫੈਡਰਲਿਜ਼ਮ ਵੀ ਸਹੀ ਨਹੀਂ, ਉਹ ਨਾਮ ਦਾ ਫੈਡਰਲਿਜ਼ਮ ਹੈ ਅਸਲ 'ਚ, ਕਿਉਂਕਿ ਜਿਹੜੀਆਂ ਸੂਚੀਆਂ ਨੇ ਜਿਹਦੇ 'ਤੇ ਕਾਨੂੰਨ ਬਣਾਉਣ ਦਾ ਹੱਕ ਹੈ, 97 ਸੂਚੀਆਂ 'ਤੇ ਕੇਂਦਰ ਕਾਨੂੰਨ ਬਣਾ ਸਕਦਾ, 66 ਸੂਚੀਆਂ ਦੇ ਉੱਤੇ ਤੁਸੀਂ ਜਿਹੜਾ ਸੂਬਾ ਬਣਾ ਸਕਦਾ, 48 'ਤੇ ਜਿਹੜੀ ਸਾਂਝੀ ਸੂਚੀ ਹੈ। ਇੱਕ ਖਾਸ ਹਾਲਾਤ ਦੇ ਵਿੱਚ ਕੇਂਦਰ ਸਰਕਾਰ ਰਾਜ ਦੀ ਸੂਚੀ 'ਤੇ ਵੀ ਕਾਨੂੰਨ ਬਣਾ ਸਕਦੀ ਹੈ, ਮਤਲਬ ਇੰਨਾ ਜ਼ਿਆਦਾ ਸੈਂਟਰਲਾਈਜੇਸ਼ਨ ਪਹਿਲਾਂ ਹੀ ਹੈ। ਹੁਣ ਤਾਂ ਬਿਲਕੁਲ ਹੀ ਆ ਕੇ ਇੰਨਾ ਜ਼ਿਆਦਾ ਉਹਨੇ ਆਪਣੇ ਕੰਟਰੋਲ 'ਚ ਕਰ ਲਿਆ, ਚਾਹੇ ਉਹ ਅਮਨ ਕਾਨੂੰਨ ਦੀ ਮਾਮਲਾ ਹੈ, ਉਹ NIA ਦੇ ਥਰੂ ਰੋਜ਼ ਛਾਪੇ ਪੈ ਰਹੇ ਨੇ, ਵੱਖ-ਵੱਖ ਜਗ੍ਹਾ ਸਾਡੇ ਦਿਖਾਈ ਦੇ ਰਹੇ ਨੇ, ਉਹ UAPA ਲਾ ਕੇ ਪੈ ਰਹੇ ਨੇ, ਉਹ ਵੱਖ-ਵੱਖ ਤਰ੍ਹਾਂ ਦੇ, ਚਾਹੇ ਬਿਜਲੀ ਦਾ ਕਾਨੂੰਨ ਹੈ, ਤਜਵੀਜ਼ ਉਹ ਹੈ, ਚਾਹੇ ਇਹ ਸਾਰੇ ਕਾਨੂੰਨ ਟੈਕਸ ਲਾਉਣ ਦਾ। GST ਨਾਲ ਇੱਕ ਦੇਸ਼ ਇੱਕ ਟੈਕਸ ਨਾਲ ਸੂਬਾ ਸਰਕਾਰਾਂ ਦਾ ਟੈਕਸ ਲਾਉਣ ਦਾ ਹੱਕ ਖੋਇਆ ਗਿਆ, ਅਤੇ ਉਦੋਂ ਬਾਅਦ ਉਹਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ 5 ਸਾਲ ਤੱਕ ਜਿੰਨਾ ਉਹ ਕਹਿੰਦੇ ਸੀ ਹਰ ਸਾਲ ਜਿਹੜਾ ਮਾਲੀਆ ਇਕੱਠਾ ਹੋਏਗਾ ਸੂਬਿਆਂ ਨੂੰ 14% ਉਹਦੇ 'ਚ ਵਾਧਾ ਹੋਏਗਾ, ਜੇ ਨਹੀਂ ਹੁੰਦਾ ਜਿੰਨਾ ਘਾਟਾ ਪੈਂਦਾ ਉਨਾ ਕੇਂਦਰ ਸਰਕਾਰ ਦੇਗੀ। ਇਸ ਲਈ ਸਾਨੂੰ ਜੇ ਹੁਣ ਦੇਖਾਂਗੇ, ਅਸੀਂ ਜੇ ਇੱਕ ਪਿਕਚਰ ਦੇਖੀਏ ਤਸਵੀਰ ਭਵਿੱਖ ਦੀ, 2022 ਤੋਂ ਬਾਅਦ ਦਾ ਪੰਜਾਬ ਕਿਹੋ ਜਿਹਾ ਹੋਏਗਾ। 2022 ਤੋਂ ਬਾਅਦ ਦਾ ਪੰਜਾਬ ਇਹੋ ਜਿਹਾ ਹੋਏਗਾ ਜਿੱਥੇ ਕੇਂਦਰ ਸਰਕਾਰ 5 ਸਾਲਾਂ 'ਚ ਜਿਹੜਾ ਪੈਸਾ ਦੇਣਾ ਸੀ ਉਹ ਦੇਣ ਤੋਂ ਵੀ ਮੁੱਕਰ ਗਈ ਹੈ। 2022 ਤੋਂ ਬਾਅਦ ਤਾਂ ਉਹ ਬਰੀ ਹੋ ਜਾਏਗੀ, ਕਿਉਂਕਿ ਉਦੋਂ ਬਾਅਦ ਤਾਂ ਉਹਨੇ ਦੇਣਾ ਨਹੀਂ ਹੈ। 5 ਸਾਲ ਤੋਂ ਬਾਅਦ ਜਿਹੜਾ ਟੈਕਸ 'ਚ ਘੱਟ ਹੈ ਉਹ ਸੂਬਿਆਂ ਨੂੰ ਨਹੀਂ ਦੇਣਾ, ਅਤੇ ਪੰਜਾਬ ਕੋਲ ਜੇਕਰ ਉਹ ਪੈਸਾ ਆਉਣਾ ਬੰਦ ਹੋ ਜਾਏਗਾ, ਸਾਡੇ ਸਾਹਮਣੇ ਹੈ। 2022 ਤੋਂ ਬਾਅਦ ਜੇਕਰ RDF ਮਾਰਕੀਟ ਫੀਸ ਅਤੇ ਇਹ ਜਿਹੜਾ 3-4 ਹਜ਼ਾਰ ਕਰੋੜ 3800 ਕਰੋੜ ਆਉਂਦਾ ਪੰਜਾਬ ਨੂੰ ਉਹ ਬੰਦ ਹੋ ਜਾਂਦਾ, ਤਾਂ ਪੰਜਾਬ ਦੀ ਸਰਕਾਰ ਕੋਲ ਕੀ ਸੈਟਅਪ ਹੋਏਗਾ। ਔਰ 2022 ਤੋਂ ਬਾਅਦ ਹੀ ਜੇਕਰ ਲਾ ਐਂਡ ਆਰਡਰ ਤੋਂ ਇਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਕੇਂਦਰ ਸਰਕਾਰ ਦਾ ਦਖਲ ਇਸ ਹੱਦ ਤੱਕ ਵੱਧ ਜਾਂਦਾ, ਤਾਂ ਜਿੰਨਾ ਪੈਸਾ ਪੰਜਾਬ ਦੇ ਖਾਤੇ 'ਚ ਪੈ ਗਿਆ ਇਸੇ ਜਿਹੜਾ ਖਰੀਦੋ ਫਰੋਖਤ ਦੇ ਵਿੱਚ ਵੀ ਜਦੋਂ ਅਕਾਲੀ ਸਰਕਾਰ ਗਈ ਹੈ 31000 ਕਰੋੜ ਰੁਪਈਆ ਕਰਜ਼ੇ 'ਚ ਬਦਲ ਦਿੱਤਾ ਗਿਆ, ਜਿਹੜੇ ਦਾ ਹੋਰ ਵਿਆਜ ਲਗਾਤਾਰ ਦਿੱਤਾ ਜਾਂਦਾ। ਔਰ ਇਸ ਕਰਕੇ ਇਦੋਂ ਬਾਅਦ ਦਾ ਪੰਜਾਬ ਕੀ ਹੋਏਗਾ, ਲਗਭਗ 63000 ਕਰੋੜ ਰੁਪਈਆ ਮਾਲੀਆ ਇਕੱਠਾ ਹੋਇਆ ਪੰਜਾਬ ਸਰਕਾਰ ਕੋਲ, ਟਾਰਗੇਟ 74000 ਕਰੋੜ ਦਾ ਸੀ, ਉਹ ਤੋਂ 39000 ਕਰੋੜ ਦੇ ਲਗਭਗ ਤਨਖਾਹਾਂ ਤੇ ਪੈਨਸ਼ਨਾਂ ਨੇ, ਅਤੇ ਉਹਦੇ 'ਚੋਂ ਲਗਭਗ ਇੰਨਾ ਹੀ ਇਹਦੇ ਨੇੜੇ ਤੇੜੇ 16-17000 ਕਰੋੜ ਰੁਪਈਆ ਕਰਜ਼ੇ ਦਾ ਵਿਆਜ ਦੇ ਵਿੱਚ ਜਾਂਦਾ, ਬਾਕੀ ਥੋੜ੍ਹਾ ਬਹੁਤ ਸਬਸਿਡੀਆਂ ਦੇ ਵਿੱਚ ਕੱਖ ਨਹੀਂ ਬਚਦਾ ਪੰਜਾਬ ਦੇ ਵਿੱਚ। ਅੱਜ ਨਹੀਂ ਜੇ ਕੱਖ ਬਚ ਰਿਹਾ ਤਾਂ 2022 ਤੋਂ ਬਾਅਦ ਪੰਜਾਬ ਕਿੰਨਾ ਬਚੂਗਾ ਕਿੰਨਾ ਨਹੀਂ। ਇਸ ਕਰਕੇ ਇਹ ਸੋਚਣ ਦਾ ਸਵਾਲ ਹੈ ਬਹੁਤ ਵੱਡਾ ਪੰਜਾਬੀਆਂ ਦੇ ਸਾਹਮਣੇ ਕਿ ਜੇ ਇਸੇ ਤਰੀਕੇ ਦਾ ਹੋਇਆ, ਜੇ ਫੈਡਰਲਿਜ਼ਮ ਦੀ ਲੜਾਈ ਨਾ ਲੜੀ ਗਈ, ਰਾਜਾਂ ਨੂੰ ਹੋਰ ਜ਼ਿਆਦਾ ਅਧਿਕਾਰਾਂ ਦੀ ਲੜਾਈ ਨਾ ਲੜੀ ਗਈ ਇਸ ਦੇਸ਼ ਦੇ ਵਿੱਚ, ਤਾਂ ਕੇਂਦਰ ਮਨਮਾਨੀ ਕਰੂਗਾ, ਜਿਹੜੇ ਮਰਜ਼ੀ ਸੂਬੇ ਦੀ ਜਿਹੜੀ ਸੰਘੀ ਘੁੱਟ ਦਿਆ ਕਰੂਗਾ, ਬਾਂਹ ਮਰੋੜ ਦਿਆ ਕਰੇਗਾ, ਅਤੇ ਉਹ ਬਾਂਹ ਮਰੋੜਨ ਤੋਂ ਬਾਅਦ ਉਹਨਾਂ ਨੂੰ
ਜੀ ਹਜ਼ੂਰੀਏ ਬਣਾਉਣ ਦੀ ਕੋਸ਼ਿਸ਼ ਹੈ, ਜਿੱਥੇ ਕਿਤੇ ਲੋਕ ਉਹਦੇ ਤੇ ਖੜੇ ਹੁੰਦੇ ਨੇ। ਇਸ ਲਈ ਸਾਡੀਆਂ ਸਿਆਸੀ ਧਿਰਾਂ ਨੂੰ ਵੀ ਇਹ ਸੋਚਣਾ ਪਏਗਾ, ਜਿਹੜੀਆਂ ਮਿਸ਼ਨ 22 'ਚ ਹੈ ਕਿ ਮੈਨੂੰ ਸੱਤਾ ਜਾਂ ਤੀਜਾ ਕੋਈ ਗਰੁੱਪ, ਚੌਥਾ ਕੋਈ ਗਰੁੱਪ, ਤੇ 22 ਤੋਂ ਬਾਅਦ ਦੇ ਪੰਜਾਬ ਦੀ ਹਾਲਤ ਦੇਖ ਕੇ ਪੰਜਾਬ ਦੀ ਹੋਂਦ ਲਈ ਲੜਨ ਦਾ ਸਵਾਲ ਹੈ, ਨਾ ਕਿ ਕੇਵਲ ਵੋਟਾਂ ਦਾ ਸਵਾਲ ਹੈ, ਵੋਟ ਬੈਂਕ ਤੱਕ ਸੀਮਿਤ ਹੋਣ ਦੀ। ਇਹ ਤਾਂ ਹਮੀਰ ਸਿੰਘ ਜੀ ਗੱਲ ਸੀਗੀ ਦਿਹਾਤੀ ਵਿਕਾਸ ਫੰਡਾਂ ਦੀ। ਜੇਕਰ ਗੱਲ ਕਰੀਏ ਅਸੀਂ ਫੈਡਰਲਿਜ਼ਮ ਦੀ, ਤਾਂ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਇੱਕ ਨਵਾਂ ਫਰਮਾਨ ਸੁਣਾ ਦਿੱਤਾ, ਨਵਾਂ ਫੈਸਲਾ ਲਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਉਹ ਫੈਸਲਾ ਕੀ ਹੈ ਤੇ ਉਹਦਾ ਜੰਮੂ ਕਸ਼ਮੀਰ ਦੇ ਲੋਕਾਂ ਦੇ ਭਵਿੱਖ ਤੇ ਕੀ ਅਸਰ ਪਵੇਗਾ। ਬਿਲਕੁਲ, ਕਿਉਂਕਿ ਸੰਵਿਧਾਨ ਦੇ ਵਿੱਚ ਇਹ ਅਜੀਬ ਗੱਲ ਹੈ ਕਿ ਫੈਡਰਲ ਕੰਟਰੀ ਹੈ ਇਹ। ਅਸੀਂ ਕਹਿੰਦੇ ਮਤਲਬ ਇਹਦੇ 'ਚ ਰਾਜਾਂ ਤੇ ਉਹਦੇ 'ਚ ਵੰਡੀਆਂ ਨੇ। ਸੰਵਿਧਾਨ ਦੇ ਵਿੱਚ ਪਹਿਲਾਂ ਹੀ ਕਿਸੇ ਰਾਜ ਨੂੰ ਤੋੜ ਦੇਣ ਦੀ, ਦੋ ਰਾਜਾਂ ਨੂੰ ਇਕੱਠੇ ਕਰ ਦੇਣ ਦੀ, ਕਿਸੇ ਰਾਜ ਦਾ ਕੋਈ ਇਲਾਕਾ ਕੱਢ ਕੇ ਦੂਜੇ ਨੂੰ ਦੇ ਦੇਣ ਦੀ, ਇਹ ਸਾਰਾ ਹੱਕ ਜਿਹੜਾ ਹੈ ਕੇਂਦਰ ਸਰਕਾਰ ਕੋਲ ਹੈ ਪਹਿਲਾਂ ਹੀ। ਹੁਣ ਤੱਕ ਰਾਜ ਬਣੇ ਵੀ, ਰਾਜ ਟੁੱਟੇ ਵੀ, ਕੇਂਦਰ ਨੇ ਇਹ ਵੀ ਕੀਤਾ ਆਪਣੇ ਤਰੀਕਿਆਂ ਦੇ ਨਾਲ। ਪਰ ਨਾਲ ਦੀ ਨਾਲ ਇਹ ਪਹਿਲਾ ਹੱਲਾ ਸੀ ਜਿਹੜਾ ਐਡਾ ਜ਼ਬਰਦਸਤ ਹੋਇਆ ਕਿ ਕਿਸੇ ਰਾਜ ਨੂੰ, ਜਿਹਨੂੰ ਧਾਰਾ 370 ਦੇ ਤਹਿਤ ਸੰਵਿਧਾਨ ਦੇ ਵਿੱਚ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੋਇਆ ਸੀ, ਉਹਨੂੰ ਤੁਸੀਂ ਤੋੜ ਦਿਓ, ਉਹਨੂੰ ਸੂਬਾ ਹੀ ਨਾ ਰਹਿਣ ਦਿਓ ਤੇ ਉਹਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਬਦਲ ਦਿਓ। ਇਹ ਜਿਹੜਾ 5 ਅਗਸਤ 2019 ਨੂੰ ਸੀ, ਇਹ ਉਹਦੇ ਸਾਹਮਣੇ ਹੈ। ਤੇ ਫਿਰ ਉਹ ਲੋਕਾਂ ਨੇ ਇਹ ਕੋਸ਼ਿਸ਼ ਕੀਤੀ ਕਿ ਸਾਨੂੰ ਨਿਆਂ ਮਿਲ ਜੇ। 23 ਰਿਟ ਪਟੀਸ਼ਨਾਂ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਨੇ ਕਿ ਇਹ ਗੈਰ ਸੰਵਿਧਾਨਕ ਫੈਸਲਾ ਕੇਂਦਰ ਸਰਕਾਰ ਦਾ, ਇਹਦੇ ਤੇ ਗੌਰ ਕੀਤੀ ਜਾਣੀ ਚਾਹੀਦੀ ਹੈ, ਸਾਨੂੰ ਨਿਆਂ ਮਿਲਣਾ ਚਾਹੀਦਾ। ਉਹ ਖਾਮੋਸ਼ੀ ਨਾਲ ਪਈਆਂ ਹੋਈਆਂ ਨੇ, ਅਜੇ ਤੱਕ ਉੱਤੇ ਵਿਚਾਰ ਨਹੀਂ ਹੋ ਰਿਹਾ। ਇਸੇ ਕਰਕੇ ਜਿਹੜੀਆਂ ਮੇਨ ਸਟਰੀਮ ਦੀਆਂ ਉਹਦੀਆਂ ਪਾਰਟੀਆਂ ਨੇ, ਮੁੱਖ ਧਾਰਾ ਦੀਆਂ 6 ਪਾਰਟੀਆਂ ਨੇ, ਇਕੱਠੇ ਹੋ ਕੇ, ਪਹਿਲਾਂ ਤਾਂ ਉਹ ਜੇਲ੍ਹਾਂ ਦੇ ਵਿੱਚ ਰਹੇ, ਜਦੋਂ ਹੁਣ ਸਾਰੇ ਇਕੱਠੇ ਹੋ ਗਏ, ਉਹਨਾਂ ਨੇ ਇੱਕ ਗੁਪਕਾਰ ਡੈਕਲੇਰੇਸ਼ਨ ਜਿਹਨੂੰ ਕਿਹਾ ਜਾਂਦਾ ਹੈ, ਐਲਾਨਨਾਮਾ, ਜਿਵੇਂ ਇੱਥੇ ਅਨੰਦਪੁਰ ਸਾਹਿਬ ਦਾ ਐਲਾਨਨਾਮਾ ਸੀ, ਉਹ ਐਲਾਨਨਾਮਾ ਬਣਾਇਆ ਤੇ ਐਲਾਨਨਾਮੇ ਦੇ ਉੱਪਰ ਇੱਕ ਜਥੇਬੰਦੀ ਬਣਾਈ ਹੈ ਜਿਹਨੂੰ ਉਹਦਾ ਅਲਾਇੰਸ ਕਿਹਾ ਜਾਂਦਾ ਹੈ। ਉਸ ਅਲਾਇੰਸ ਦੇ ਵਿੱਚ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ 370 ਧਾਰਾ ਦੀ ਬਹਾਲੀ ਲਈ ਲੜਾਂਗੇ ਤੇ ਅਸੀਂ ਰਾਜ ਦੇ ਵਿੱਚ ਹੋਰ ਜਿਹੜੀਆਂ ਵੀ ਕਮਜ਼ੋਰੀਆਂ ਆਉਂਦੀਆਂ ਨੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਉਹਦੇ 'ਚ ਕਰਾਂਗੇ। ਤੇ ਉਦੋਂ ਬਾਅਦ ਵੀ ਸਾਰੀਆਂ ਧਿਰਾਂ ਇੱਕ ਪਾਸੇ ਹੋ ਗਈਆਂ ਸਾਨੂੰ ਦਿਖਾਈ ਦੇ ਰਹੀਆਂ ਨੇ, ਪਰ ਕੇਂਦਰ ਸਰਕਾਰ ਤਾਨਾਸ਼ਾਹ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਉਹ ਅਜੇ ਵੀ ਆਪਣੇ ਫੈਸਲੇ ਕਰੀ ਜਾ ਰਹੀ ਹੈ ਤੇ ਇੱਕ ਫੈਸਲਾ ਇਹ ਕਰਤਾ ਜਿਨ੍ਹਾਂ ਦਾ ਉਹਨਾਂ ਨੂੰ ਖਦਸ਼ਾ ਹੈ, ਉਹ ਇਹ ਹੈ ਕਿ ਹੁਣ ਕੋਈ ਵੀ ਜਾ ਕੇ ਉੱਥੇ ਜ਼ਮੀਨ ਜਾਇਦਾਦ ਖਰੀਦ ਸਕਦਾ। ਉਹਦਾ ਖਦਸ਼ਾ ਕੇਵਲ ਹੁਣ ਜਿਹੜੇ ਕਸ਼ਮੀਰੀ ਲੋਕ ਨੇ 80 ਲੱਖ ਦੇ ਕਰੀਬ ਪਾਪੂਲੇਸ਼ਨ ਵੈਲੀ ਦੇ ਵਿੱਚ, ਉਹਨਾਂ ਨੂੰ ਨਿਕਲਿਆਂ ਨੂੰ, ਹੁਣ ਲੱਦਾਖੀ ਵੀ ਜਿਨ੍ਹਾਂ ਨੇ ਮੰਗ ਕੇ ਲਿਆ ਕਿ ਸਾਨੂੰ ਜੂਨੀਅਰ ਟੈਰੀਟਰੀ ਬਣਾ ਦਿਓ, ਉਹਨਾਂ ਨੂੰ ਵੀ ਲੱਗ ਰਿਹਾ ਕਿ ਗੜਬੜ ਹੋ ਰਹੀ ਹੈ। ਹੁਣ ਜੰਮੂ ਵਾਲੇ ਖੇਤਰ ਦੇ ਬੰਦਿਆਂ ਨੂੰ ਵੀ ਲੱਗ ਰਿਹਾ ਕਿ ਗੜਬੜ ਹੋ ਰਹੀ ਹੈ, ਤੁਸੀਂ ਇਹ ਨਾ ਕਰੋ, ਸਾਨੂੰ ਸਾਡੀਆਂ ਨੌਕਰੀਆਂ 'ਚ, ਸਾਡੀ ਜਾਇਦਾਦ ਦੇ ਵਿੱਚ, ਸਾਡੇ ਬਾਕੀ ਚੀਜ਼ਾਂ 'ਚ ਰਹਿਣ ਦਿਓ। ਇਸ ਕਰਕੇ ਜਿਹੜੀਆਂ ਇਹ ਖਾਸ ਸਟੇਟਾਂ ਸੀ, ਇਹ ਉਹ ਸਟੇਟਾਂ ਸੀ ਜਿੱਥੇ ਘੱਟ ਗਿਣਤੀਆਂ ਬਹੁ ਗਿਣਤੀ ਦੇ ਵਿੱਚ ਨੇ। ਤਾਂ ਲਾਜ਼ਮੀ ਉਦੋਂ ਵੀ ਕੁਝ ਲੋਕਾਂ ਨੂੰ ਇਹ ਮਹਿਸੂਸ ਹੋਇਆ ਸੀ ਕਿ ਜੰਮੂ ਕਸ਼ਮੀਰ ਤੋਂ ਬਾਅਦ ਬਾਰੀ ਪੰਜਾਬ ਦੀ ਹੈ ਤੇ ਇਸੇ ਲਈ ਜਾਂ ਉਧਰ ਨਾਰਥ ਈਸਟ ਦੀ ਜਾਂ ਬਾਕੀ ਕਿਤੇ, ਜਾਂ ਤਾਂ ਤੁਸੀਂ ਇਹ ਕਹਿ ਦਿਓ ਕਿ ਵਿਸ਼ੇਸ਼ ਰਾਜ ਦਾ ਦਰਜਾ ਕਿਸੇ ਨੂੰ ਦਿੱਤਾ ਹੀ ਨਹੀਂ ਹੋਇਆ। ਧਾਰਾ 371, 371A, 371B, 371C ਤੋਂ ਲੈ ਕੇ G ਤੱਕ ਉਹ ਵੱਖ-ਵੱਖ ਸੂਬਿਆਂ ਨੂੰ ਕਿਉਂ ਲਾਈਆਂ ਹੋਈਆਂ ਨੇ? ਫਿਰ ਜੇਕਰ ਤੁਸੀਂ ਇਹ ਨਹੀਂ ਗੱਲ ਕਰਦੇ, ਇਹਦਾ ਮਤਲਬ ਇਹ ਹੈ ਕਿ ਜਿੱਥੇ ਵੀ ਕਿਤੇ ਮਾਹੌਲ ਉਹਨਾਂ ਨੂੰ ਲੱਗ ਰਿਹਾ ਕਿ ਇੱਥੇ ਅਸੀਂ ਆਪਣੀ ਮਨਮਾਨੀ ਕਰਦੇ, ਉੱਥੇ ਜ਼ਿਆਦਾ ਵੱਧ ਰਹੀ ਹੈ। ਇਸੇ ਕਰਕੇ ਜੁੜ ਕੇ, ਚਾਹੇ ਉਹ ਜੰਮੂ ਕਸ਼ਮੀਰ ਦੀਆਂ ਪਾਰਟੀਆਂ ਹੋਣ, ਪੰਜਾਬ ਦੀਆਂ ਪਾਰਟੀਆਂ ਹੋਣ, ਹੋਰਾਂ ਸੂਬਿਆਂ ਦੀਆਂ ਪਾਰਟੀਆਂ ਹੋਣ, ਜਿਹੜੇ ਕਿਸੇ ਨੂੰ ਹਿੰਦੀ ਭਾਸ਼ਾ ਠੋਸ ਦੇਣ ਦਾ ਖਤਰਾ ਹੈ, ਤਾਮਿਲਨਾਡੂ ਵਰਗੇ ਉਹ ਉਸ ਲੈਵਲ 'ਤੇ, ਉਸਨੇ ਕਦੇ ਵੈਸਟ ਬੰਗਾਲ ਦਾ ਸਵਾਲ ਹੈ, ਕਦੇ ਬਾਕੀ ਨੇ, ਸਭ ਨੂੰ ਇਕੱਠੇ ਹੋ ਕੇ ਇੱਕ ਦੇਸ਼ ਪੱਧਰੀ ਫੈਡਰਲਿਜ਼ਮ ਦੀ ਲੜਾਈ ਜਿਹੜੀ ਹੈ ਉਸ ਪਾਸੇ ਵੱਲ ਆਉਣਾ ਪਏਗਾ। ਨਹੀਂ ਤਾਂ ਕੱਲਾ ਕਰਕੇ ਕੱਲੇ ਦੇ ਖਿਲਾਫ ਜੋ ਘਟਨਾਵਾਂ ਵਾਪਰ ਰਹੀਆਂ ਨੇ, ਜੰਮੂ ਕਸ਼ਮੀਰ ਵਾਲਿਆਂ ਨਾਲ ਕੋਈ ਨਹੀਂ ਖੜਿਆ ਸਾਡੀਆਂ ਪਾਰਟੀਆਂ, ਤੇ ਹੁਣ ਉਹ ਕਹਿ ਰਹੇ ਨੇ ਹੁਣ ਸਾਡੇ ਜੇ ਮਤਲਬ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹਦੇ ਨਾਲ ਪੰਜਾਬ ਬਰਬਾਦ ਹੋਣ ਵੱਲ ਅੱਗੇ ਵਧੇਗਾ, ਤਾਂ ਦੂਜੇ ਕਿਵੇਂ ਖੜਨਗੇ? ਸਭ ਨੂੰ ਨਾਲ ਮਿਲਾ ਕੇ ਪੰਜਾਬ ਦਾ ਚੀਫ ਮਿਨਿਸਟਰ ਨੂੰ ਵੀ ਬਾਕੀ ਚੀਫ ਮਿਨਿਸਟਰਾਂ ਨਾਲ ਗੱਲ ਕਰਨ ਦੀ ਲੋੜ ਹੈ। ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਵੀ ਸਿਆਸਤ ਤੌਰ 'ਤੇ, ਕਿਸਾਨ ਜਥੇਬੰਦੀਆਂ ਨੇ ਆਪਣਾ ਇੱਕ ਮੀਟਿੰਗ ਕੀਤੀ ਹੈ ਸਾਰੀਆਂ ਇਕੱਠੀਆਂ ਹੋ ਕੇ, ਪਰ ਉਹਦੇ 'ਚ ਫੈਡਰਲਿਜ਼ਮ ਦਾ ਮੁੱਦਾ ਸ਼ਾਮਲ ਕਰਨਾ ਨਿਹਾਇਤ ਜ਼ਰੂਰੀ ਹੈ। ਹਮੀਰ ਸਿੰਘ ਜੀ, ਜੇ ਹੁਣ ਆਪਾਂ ਗੱਲ ਕਰੀਏ ਕੇਂਦਰ ਸਰਕਾਰ ਵੱਲੋਂ ਧਾਰਾ 370 ਤੋੜਨ ਦਾ ਜਿਹੜਾ ਫੈਸਲਾ ਲਿੱਤਾ ਸੀ, ਉਹਦੇ ਅਸਲ ਰੰਗ, ਅਸਲ ਨਤੀਜੇ ਜਿਹੜੇ ਹੈਗੇ ਹੁਣ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ, ਜਦ ਕਿ ਹਲੇ ਖੇਤੀ ਕਾਨੂੰਨ ਹੋ ਗਏ ਜਾਂ ਹੋਰ ਜਿਹੜੇ ਫੈਸਲੇ ਲਿੱਤੇ ਆ, ਉਹਦਾ ਭਵਿੱਖ ਦੇ ਵਿੱਚ ਨਤੀਜੇ ਲੋਕਾਂ ਦਿਖਾਈ ਦੇਣਗੇ ਵੀ ਕਿ ਉਹਦਾ ਕੀ ਅਸਲ ਨਤੀਜਾ ਹੈ।
ਅਸੀਂ ਹੁਣ ਜਾਣਨਾ ਚਾਹਾਂਗੇ ਕੇਂਦਰ ਦੇ ਅਜਿਹੇ ਰਵੱਈਏ ਦੇ ਖਿਲਾਫ ਪੰਜਾਬ ਦੀਆਂ ਜਾਂ ਦੇਸ਼ ਦੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਦਾ ਕੀ ਸਟੈਂਡ ਹੈ ਜਾਂ ਉਹਨਾਂ ਦਾ ਕੀ ਸਟੈਂਡ ਹੋਣਾ ਚਾਹੀਦਾ। ਪੰਜਾਬ ਦੀਆਂ ਪਾਰਟੀਆਂ ਨੇ ਲਗਭਗ ਸਾਰੀਆਂ ਨਹੀਂ ਰੂਰਲ ਡਿਵੈਲਪਮੈਂਟ ਫੰਡ ਤੇ ਤਾਂ ਕੇਂਦਰ ਦੀ ਆਲੋਚਨਾ ਕੀਤੀ ਹੈ ਕਿ ਉਹ ਪੰਜਾਬ ਦੀ ਬਾਂਹ ਮਰੋੜ ਰਿਹਾ, ਚਾਹੇ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਸਾਰਿਆਂ ਨੇ। ਔਰ ਈਵਨ ਕਿਸਾਨ ਜਥੇਬੰਦੀਆਂ ਨੇ ਵੀ ਉਹਦਾ ਵਿਰੋਧ ਕੀਤਾ ਹੈ ਇਸੇ ਤੱਕ ਤਰੀਕੇ। ਉਹ ਤਾਂ ਲੜ ਹੀ ਰਹੀਆਂ ਨੇ, ਉਹ ਤਾਂ ਬੈਠੀਆਂ ਨੇ ਸਾਰੇ ਕਿਤੇ। ਔਰ ਰੇਲਾਂ ਬੰਦ ਕਰਨਾ ਵੀ ਬਹਾਨੇਬਾਜ਼ੀ ਕਰਕੇ ਰੇਲਾਂ ਬੰਦ ਕਰਨਾ, ਉਹ ਵੀ ਇਹੀ ਸੰਕੇਤ ਦੇਣਾ ਸੀ ਕਿ ਅਸੀਂ ਪਿੱਛੇ ਨਹੀਂ ਹਟਾਂਗੇ, ਤੁਹਾਡੀ ਮੂਵਮੈਂਟ ਦੇ ਅਸੀਂ ਹੋਰ ਜ਼ੋਰਦਾਰ ਤਰੀਕੇ ਨਾਲ ਹਮਲਾ ਕਰਾਂਗੇ। ਔਰ ਇਹ ਵੀ ਉਹੋ ਜਿਹੇ ਇੱਕ ਸੰਕੇਤ ਹੈ, ਲਗਾਤਾਰ ਕੇਂਦਰ ਇਹ ਸੰਕੇਤ ਦੇ ਰਿਹਾ ਹੈ ਕਿ ਅਸੀਂ ਤੁਹਾਨੂੰ ਨਹੀਂ ਕੁਝ ਸਮਝਦੇ, ਜੋ ਮਰਜ਼ੀ ਕਰੋ। ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੀ ਲੜਾਈ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਹੁਣ ਜੇਕਰ ਪੋਲੀਟੀਕਲ ਲੜਾਈ ਦਾ ਹੋਣਾ ਚਾਹੀਦਾ, ਉਹ ਪੰਜਾਬ ਦੇ 20 ਦੇ 20 ਐਮਪੀਆਂ ਨੂੰ ਅਸਤੀਫੇ ਦੇਣ ਦੀ ਕਾਲ ਹੋਣੀ ਚਾਹੀਦੀ ਹੈ ਅਤੇ ਉਹਨਾਂ ਸਾਰਿਆਂ ਨੂੰ ਮਿਲ ਕੇ ਕੇਂਦਰ ਨੂੰ ਇਹ ਦੱਸਣਾ ਚਾਹੀਦਾ ਕਿ ਜੇਕਰ ਤੁਸੀਂ ਸਾਡੀ ਵਿਧਾਨ ਸਭਾ ਦੀ ਨਹੀਂ ਸੁਣਦੇ, ਗ੍ਰਾਮ ਸਭਾਵਾਂ ਦੀ ਨਹੀਂ ਸੁਣਦੇ, ਐਡੀਆਂ ਵੱਡੀਆਂ ਐਜੀਟੇਸ਼ਨਾਂ ਦੀ ਨਹੀਂ ਸੁਣਦੇ, ਸਾਰੀਆਂ ਪਾਰਟੀਆਂ ਦੇ ਵਿਰੋਧ ਦੀ ਨਹੀਂ ਸੁਣਦੇ, ਤਾਂ ਤੁਹਾਡੀ ਪਾਰਲੀਮੈਂਟ 'ਚ ਬੈਠੇ ਸਾਡੇ ਬੰਦੇ ਜਾਂ ਅਸੀਂ ਕੀ ਕਰੀਏ? ਕਿਉਂ ਨੋਮੀਨੇਟ ਇਕੱਲੇ ਤਨਖਾਹਾਂ ਤੇ ਪੈਨਸ਼ਨਾਂ ਲਈ ਉੱਥੇ ਬੈਠੀਏ ਜਾਂ ਤੁਸੀਂ ਗੱਲ ਸੁਣਨ ਲਈ ਤਿਆਰ ਨਹੀਂ ਹੋ? ਜੇ ਉਹ ਨਹੀਂ ਦਿੰਦੇ ਤਾਂ ਇਹ ਮੂਵਮੈਂਟਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਉਸ ਪਾਸੇ ਤੋਰਨ। ਇਹ ਸਿਆਸੀ ਲੜਾਈ ਹੈ, ਇਹ ਸਿਆਸਤ ਨਾਲ ਹੀ ਜਿੱਤੀ ਜਾਣੀ ਹੈ। ਇਹ ਲੜਾਈ ਕੇਵਲ ਛੋਟੀ ਲੜਾਈ ਨਹੀਂ ਹੈ, ਉਹ ਛੋਟੀਆਂ ਗੱਲਾਂ ਨਾਲ ਨਹੀਂ ਜਿੱਤੀ ਜਾਣੀ। ਔਰ ਇਸੇ ਤਰੀਕੇ ਦੇ ਨਾਲ ਪੰਜਾਬ ਦੀਆਂ ਪਾਰਟੀਆਂ ਜਿੰਨਾ ਜਲਦੀ ਸਮਝ ਜਾਣਗੀਆਂ ਕਿ ਉਹ ਅਜੇ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਹੋ ਰਿਹਾ, ਇਹਨੇ ਧੋਖਾ ਦਿੱਤਾ, ਉਹਨੇ ਧੋਖਾ ਦਿੱਤਾ, ਸਾਰੀਆਂ ਹੀ ਹਮਾਮ 'ਚ ਲੱਗੀਆਂ ਨੇ, ਕਿਸੇ ਦਾ ਬਹੁਤ ਜ਼ਿਆਦਾ ਕਲੀਅਰ ਉਹ ਨਹੀਂ। ਪਰ ਨਵੇਂ ਸਿਰਿਓਂ ਨਵਾਂ ਇਤਿਹਾਸ ਲਿਖਦੇ ਹੋਏ ਪਹਿਲਾਂ ਇੱਕ ਵੱਡੀ ਲੜਾਈ ਲੜਨੀ ਚਾਹੀਦੀ ਹੈ, ਫੈਡਰਲਿਜ਼ਮ ਦੀ। ਇਕੱਠੀਆਂ ਹੋਣ, ਇੱਕ ਆਲ ਪਾਰਟੀ ਮੀਟਿੰਗ ਹੋਵੇ, ਉਹ 'ਚ ਵੱਲ ਕੇ ਕੱਲੀਆਂ ਇਹ ਮੇਨ ਸਟਰੀਮ ਦੀਆਂ ਤਿੰਨੇ ਚਾਰੇ ਕਿਉਂ, ਸਾਰੀਆਂ ਜਿਹਦਾ ਐਮਐਲਏ ਨਹੀਂ ਵੀ ਆ ਉਹਨਾਂ ਨੂੰ ਵੀ ਸੱਦੋ, ਸਭ ਨੂੰ, ਸਾਰੀਆਂ ਦੀਆਂ ਇਕੱਠੀਆਂ ਹੋ ਕੇ ਇੱਕ ਸੰਘਰਸ਼ ਵਿੱਢਣਾ ਚਾਹੀਦਾ ਫੈਡਰਲਿਜ਼ਮ ਦੇ ਪੱਖ ਦੇ ਵਿੱਚ। ਅਤੇ ਉਹ ਸੰਘਰਸ਼ ਲਈ ਸੜਕਾਂ 'ਤੇ ਆਉਣਾ ਪਏਗਾ। ਇਕੱਲੀਆਂ ਲੀਡਰਾਂ ਅਹੁਦਿਆਂ ਦੇ ਆਨੰਦ ਵੀ ਮਾਣੋ, ਐਮਐਲਏ ਵੀ ਬਣੇ ਰਹੋ, ਮੰਤਰੀ ਵੀ ਬਣੇ ਰਹੋ, ਚੀਫ ਮਿਨਿਸਟਰ ਵੀ ਬਣੇ ਰਹੋ, ਇਕੱਲਾ ਉਵੇਂ ਕੰਮ ਨਹੀਂ ਚੱਲੇਗਾ। ਸੜਕ 'ਤੇ ਆ ਕੇ ਅਗਵਾਈ ਕਰਨੀ ਪਏਗੀ, ਇੱਕ ਦੁਨੀਆ ਭਰ 'ਚ ਦੱਸਣਾ ਪਏਗਾ ਕਿ ਇੱਕ ਖਿੱਤੇ ਦੇ ਲੋਕ ਕਿਸ ਤਰੀਕੇ ਦੇ ਨਾਲ ਸੜਕ 'ਤੇ ਆ ਕੇ ਸਾਂਝੀ ਲੜਾਈ ਲੜ ਰਹੇ ਨੇ। ਔਰ ਫਿਰ ਮੈਸੇਜ ਦੂਜੇ ਸੂਬਿਆਂ ਨੂੰ ਵੀ ਦੇਣਾ ਪਏਗਾ ਕਿ ਆਓ ਆਪਾਂ ਇਕੱਠੇ ਹੋ ਕੇ ਇਸ ਪੱਧਰ ਦੀ ਲੜਾਈ ਲੜੀਏ, ਕਿਉਂਕਿ ਜਿੱਡਾ ਵੱਡਾ ਹਮਲਾ ਹੈ ਓਡਾ ਵੱਡਾ ਜਵਾਬ ਨਹੀਂ ਹੈ ਫਿਲਹਾਲ। ਉਸ ਨੂੰ ਓਡਾ ਵੱਡਾ ਜਵਾਬ ਕਰਨ ਦੇ ਵਾਸਤੇ ਕੇਵਲ 115 ਐਮਐਲਏ ਇੱਕ ਵਾਰ ਵਿਧਾਨ ਸਭਾ ਲਿਜਾਣੇ ਉਹ ਚੰਗਾ ਕਦਮ ਸੀ। ਉਦੋਂ ਬਾਅਦ ਹੁਣ ਵਿਧਾਨ ਸਭਾ ਦੀ ਲੜਾਈ ਮੁਕੰਮਲ ਹੋ ਚੁੱਕੀ ਹੈ, ਗ੍ਰਾਮ ਸਭਾਵਾਂ ਦੀ ਹੋ ਚੁੱਕੀ ਹੈ, ਤਾਂ ਅਗਲੀ ਲੜਾਈ ਮੈਦਾਨ ਦੇ ਵਿੱਚ ਹੈ ਜਿਹੜਾ ਅੰਦੋਲਨ। ਤੇ ਦੂਜੀ ਗੱਲ ਇਹ ਹੈ, ਇਹ ਬਹੁਤ ਚੌਕਸ ਰਹਿਣਾ ਪਏਗਾ ਕਿ ਅੰਦੋਲਨ ਨੂੰ ਸ਼ਾਂਤਮਈ ਕਿਵੇਂ ਰੱਖਿਆ ਜਾਏ। ਕੋਈ ਵੀ ਗੜਬੜ ਕਰਾਉਣ ਦੀ ਕੋਸ਼ਿਸ਼ ਏਜੰਸੀਆਂ ਵੀ ਕਰ ਸਕਦੀਆਂ ਨੇ ਅਤੇ ਬਾਕੀ ਵੀ ਪ੍ਰਵੋਕ ਕਰਨ ਦੀ ਵੀ ਟਰਾਈ ਹੋਏਗੀ। ਇਹ ਸ਼ਾਂਤਮਈ ਅੰਦੋਲਨ ਹੋਏਗਾ, ਪਰ ਲੋਕਾਂ ਦੀ ਇੰਪਾਵਰਮੈਂਟ ਵਾਸਤੇ, ਫੈਡਰਲਿਜ਼ਮ ਵਾਸਤੇ, ਇਸ ਵਾਸਤੇ ਅੰਦੋਲਨ ਦੇ ਲਈ ਇਕਜੁੱਟ ਹੋਣਾ ਪਏਗਾ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਇਹ ਕੇਂਦਰ ਸਰਕਾਰ ਦੇ ਅਜਿਹੇ ਤਾਨਾਸ਼ਾਹ ਰਵੱਈਏ ਦੇ ਖਿਲਾਫ ਪੰਜਾਬ ਦੀ ਸਾਰੀ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਸੜਕਾਂ 'ਤੇ ਆਉਣਾ ਪਏਗਾ। ਇਹਨੂੰ ਲੋਕ ਅੰਦੋਲਨ ਦਾ ਰੂਪ ਤਿਆਰ ਕਰਨਾ ਪਏਗਾ ਤਾਂ ਜੋ ਕੇਂਦਰ ਤੱਕ ਉਹਨਾਂ ਦੇ ਸੰਘਰਸ਼ ਦੀ ਆਵਾਜ਼ ਪਹੁੰਚ ਸਕੇ। ਕੱਲ੍ਹ ਨੂੰ ਇਸੇ ਸਮੇਂ ਨਵੇਂ ਮੁੱਦੇ ਦੇ ਨਾਲ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।